हाँ जी बेटा, स्वागत है एक बार फिर ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੇਟਾ ਜਮਾਤ 10ਵੀਂ ਵਿਸ਼ਾ ਹੈ ਤੁਹਾਡਾ ਇੰਗਲਿਸ਼ ਤੇ ਲੈਸਨ ਨੰਬਰ ਜੋ ਮੇਨ ਕੋਰਸ ਬੁੱਕ ਦੇ ਵਿੱਚੋਂ ਲੈਸਨ ਨੰਬਰ 5 6 7 8 ਲਾਸਟ ਵਾਲੇ 4 ਲੈਸਨਸ ਹੈਗੇ ਤਾਂ ਉਹਨਾਂ ਦੇ ਇਸ ਵੀਡੀਓ ਦੇ ਵਿੱਚ ਕੁਐਸਚਨ ਆਨਸਰਸ ਆਬਜੈਕਟਿਵ ਟਾਈਪ ਕੁਐਸਚਨ ਤੇ ਟ੍ਰਾਂਸਲੇਸ਼ਨ ਠੀਕ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ। ਇਸ ਤੋਂ ਪਹਿਲਾਂ ਬੇਟਾ ਆਪਾਂ ਇੱਕ ਵੀਡੀਓ ਬਣਾ ਚੁੱਕੇ ਜਿਹਦੇ ਵਿੱਚ ਆਪਾਂ ਮੇਨ ਕੋਰਸ ਬੁੱਕ ਦੇ ਲੈਸਨ ਨੰਬਰ 1 to 4 ਠੀਕ ਹੈ ਉਹਨਾਂ 4 ਲੈਸਨਸ ਦੇ ਕੁਐਸਚਨ ਆਨਸਰ ਟ੍ਰਾਂਸਲੇਸ਼ਨ ਤੇ ਆਬਜੈਕਟਿਵ ਟਾਈਪ ਕੁਐਸਚਨ ਕੀਤੇ ਸੀ। ਅਗਰ ਤੁਸੀਂ ਉਹ ਨਹੀਂ ਵੇਖੀ ਤਾਂ ਪਹਿਲਾਂ ਵੇਖ ਸਕਦੇ ਹੋਗੇ। ਤਾਂ ਆਓ ਸ਼ੁਰੂ ਕਰਦੇ ਹਾਂਗੇ। ਤਾਂ ਲੈਸਨ ਨੰਬਰ 5 ਆਪਣਾ ਸਮ ਗਲਿੰਪਸਿਸ ਆਫ ਏਂਸ਼ੀਐਂਟ ਇੰਡੀਅਨ ਥਾਟ ਐਂਡ ਪ੍ਰੈਕਟਿਸਿਸ। ਬਹੁਤ ਈਜੀ ਲੈਸਨ ਹੈਗਾ ਅਗਰ ਤੁਸੀਂ ਧਿਆਨ ਨਾਲ ਇਹਨੂੰ ਪੜ੍ਹਿਆ ਹੈਗਾ। ਤਾਂ ਇਹਦੇ ਵਿੱਚ ਫਸਟ ਕੁਐਸਚਨ ਦੇਖੋ, ਵਟ ਕਾਜ਼ਡ ਡਿਸਪਰੈਸ਼ਨ ਟੂ ਗੋਡਸ। ਠੀਕ ਹੈ, ਜਿਹੜੇ ਦੇਵਤੇ ਸੀ ਉਹਨਾਂ ਦੀ ਨਿਰਾਸ਼ਾ ਦਾ ਕੀ ਕਾਰਨ ਸੀ। ਹਾਂਜੀ, ਦਾ ਡੈਮਨਸ ਵਰ ਵਿਨਿੰਗ ਦਾ ਫਾਈਟਸ। ਜੋ ਸ਼ੈਤਾਨ ਸੀ ਉਹ ਕੀ ਸੀ, ਲੜਾਈ ਜਿੱਤ ਰਹੇ ਸਨ। ਦਿਸ ਕਾਜ਼ ਡਿਸਪਰੈਸ਼ਨ ਟੂ ਗੋਡਸ। ਠੀਕ ਹੈ, ਤਾਂ ਇਹ ਕਾਰਨ ਸੀ ਜਿਹਦੇ ਕਰਕੇ ਜਿਹੜੇ ਦੇਵਤੇ ਸੀ ਉਹ ਨਿਰਾਸ਼ਾ ਸੀ, ਉਹਨਾਂ ਦੀ ਨਿਰਾਸ਼ਾ ਦਾ ਕਾਰਨ ਸੀ। ਸੈਕਿੰਡ, ਹੂ ਡਿਡ ਦ ਗੋਡਸ ਗੋ ਇਨ ਡੈਸਪਰੇਸ਼ਨ। ਨਿਰਾਸ਼ ਹੋਏ ਜਿਹੜੇ ਦੇਵਤੇ ਸੀ ਕਿਸ ਦੇ ਕੋਲ ਜਾਂਦੇ ਵੀ, ਦ ਗੋਡਸ ਵੈਂਟ ਟੂ ਲਾਰਡ ਵਿਸ਼ਨੂੰ। ਤਾਂ ਉਹ ਜਿਹੜੇ ਸਾਰੇ ਦੇਵਤੇ ਹੈਗੇ ਉਹ ਲਾਰਡ ਵਿਸ਼ਨੂੰ ਦੇ ਕੋਲ ਹੈਲਪ ਦੇ ਲਈ ਜਾਂਦੇ ਹੈਗੇ। ਵਟ ਡਿਡ ਲਾਰਡ ਵਿਸ਼ਨੂੰ ਐਡਵਾਈਜ਼ ਦੈਮ। ਜਿਹੜੇ ਲਾਰਡ ਵਿਸ਼ਨੂੰ ਹੈਗੇ ਭਗਵਾਨ ਵਿਸ਼ਨੂੰ ਨੇ ਉਹਨਾਂ ਨੂੰ ਕੀ ਸਲਾਹ ਦਿੰਦੇ ਨੇ। ਲਾਰਡ ਵਿਸ਼ਨੂੰ ਐਡਵਾਈਜ਼ ਦੈਮ ਟੂ ਗੈਟ ਅ ਮਾਈਟੀ ਸਵॉर्ड। ਤਾਂ ਉਹਨਾਂ ਨੂੰ ਸਲਾਹ ਦਿੰਦੇ ਨੇ ਵੀ ਇੱਕ ਅਜਿਹੀ ਤਲਵਾਰ ਬਣਾਈ ਜਾਵੇ। ਪ੍ਰੀਪੇਅਰਡ ਫਰੋਮ ਦਾ ਬੋਨਸ। ਠੀਕ ਹੈ, ਜਿਹੜੀ ਕਿ ਹੱਡੀਆਂ ਤੋਂ ਬਣੀ ਹੋਵੇ। ਆਫ ਸਮ ਗ੍ਰੇਟ ਸੇਸ। ਇੱਕ ਮਹਾਨ ਸੰਤ ਜਾਂ ਮੁਨੀ ਦੀਆਂ ਹੱਡੀਆਂ ਤੋਂ ਬਣੀ ਹੋਈ ਤਲਵਾਰ ਹੋਵੇ। ਕੁਐਸਚਨ ਨੰਬਰ 4, ਵਟ ਵਾਜ਼ ਦਾ ਸੈਕਰੀਫਾਈਸ ਆਫ ਸੈਂਟ ਡਰੀਚੀ। ਜਿਹੜੇ ਸੰਤ ਡਰੀਚੀ ਸੀ ਉਹਨਾਂ ਦਾ ਬਲੀਦਾਨ ਕੀ ਸੀ। ਠੀਕ ਹੈ, ਸੈਂਟ ਡਰੀਚੀ ਸੈਕਰੀਫਾਈਡ ਹਿਜ਼ ਲਾਈਫ ਟੂ। ਉਹਨਾਂ ਨੇ ਆਪਣੇ ਜ਼ਿੰਦਗੀ ਨੂੰ ਤਿਆਗ ਦਿੱਤਾ ਜਾਂ ਬਲੀਦਾਨ ਦਿੱਤਾ। ਟੂ ਗਿਵ ਦਾ ਗੋਡਸ ਅ ਮਾਈਟੀ ਸਵॉर्ड ਪ੍ਰੀਪੇਅਰਡ ਫਰੋਮ ਹਿਜ਼। ਉਹਨਾਂ ਦੇਵਤਿਆਂ ਦੇ ਲਈ ਜਿਹੜੀ ਤਲਵਾਰ ਤਿਆਰ ਕਰਨੀ ਸੀ ਠੀਕ ਹੈ ਉਹ ਸੈਂਟ ਡਰੀਚੀ ਨੇ ਆਪਣੀ ਹੱਡੀਆਂ ਤੋਂ ਤਿਆਰ ਕਰਵਾਈ। ਇਸ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੈਕਰੀਫਾਈਸ ਕਰ ਦਿੱਤਾ। ਨੰਬਰ 5, ਵਾਈ ਡਿਡ ਸਮ ਸਕਾਲਰਸ ਲਾਫ ਐਟ ਅਸ਼ਟਵਕਰਾ। ਠੀਕ ਹੈ, ਕੁਝ ਜਿਹੜੇ ਵਿਦਵਾਨ ਸੀ ਉਹ ਅਸ਼ਟਵਕਰਾ ਦੇ ਉੱਪਰ ਕਿਉਂ ਹੱਸੇ। ਸਮ ਸਕਾਲਰਸ ਲਾਫਡ ਐਟ ਅਸ਼ਟਵਕਰਾ ਬਿਕੋਜ਼ ਹੀ ਹੈਡ ਅ ਡਿਫਾਰਮਡ ਬੋਡੀ। ਕੁਐਸਚਨ ਨੰਬਰ 6, ਵਟ ਵਾਜ਼ ਦਾ ਸਟੇਟਸ ਆਫ ਵੂਮਨ ਇਨ ਏਂਸ਼ੀਐਂਟ ਇੰਡੀਆ। ਠੀਕ ਹੈ, ਪ੍ਰਾਚੀਨ ਭਾਰਤ ਦੇ ਵਿੱਚ ਜਿਹੜੀਆਂ ਔਰਤਾਂ ਸੀ ਉਹਨਾਂ ਦਾ ਰੁਤਬਾ ਕਿਹੋ ਜਿਹਾ ਸੀ। ਹਾਂਜੀ, ਵੂਮਨ ਇੰਜੋਇਡ ਅ ਵੈਰੀ ਹਾਈ ਸਟੇਟਸ। ਉਸ ਸਮੇਂ ਉਹਨਾਂ ਦਾ ਪੱਧਰ ਬਹੁਤ ਵਧੀਆ ਸੀ। ਦੇਅਰ ਪਾਰਟਿਸਿਪੇਸ਼ਨ ਵਾਜ਼ ਨੀਡਡ ਇਨ ਐਵਰੀ ਫੰਕਸ਼ਨ। ਹਰ ਇੱਕ ਪ੍ਰੋਗਰਾਮ ਦੇ ਵਿੱਚ ਫੰਕਸ਼ਨ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣਾ ਲਾਜ਼ਮੀ ਸੀ। ਠੀਕ ਹੈ, ਤਾਂ ਇਹ ਸ਼ਾਰਟ ਕੁਐਸਚਨ ਸੀ ਬੇਟਾ। ਇਸ ਤੋਂ ਬਾਅਦ ਲੌਂਗ ਕੁਐਸਚਨਸ ਨੇ ਇਸ ਲੈਸਨ ਦੇ ਵਿੱਚੋਂ। ਫਸਟ ਦੇਖੋ, ਹਾਊ ਡਜ਼ ਦਾ ਆਥਰ ਸਪੋਰਟ ਦਾ ਆਈਡੀਆ ਆਫ ਦ ਵਿਕਟਰੀ ਆਫ ਗੁੱਡ ਓਵਰ ਦਾ ਇਵ। ਤਾਂ ਜਿਹੜਾ ਸਾਡਾ ਲੇਖਕ ਹੈਗਾ ਠੀਕ ਹੈ ਆਥਰ ਹੈਗਾ ਉਸ ਨੇ ਕਿਵੇਂ ਬੁਰਾਈ ਦੇ ਉੱਪਰ ਜਿਹੜੀ ਅੱਛਾਈ ਦੀ ਜਿੱਤ ਹੈਗੀ ਠੀਕ ਹੈ ਉਸ ਨੂੰ ਦਰਸਾਉਣ ਦੇ ਲਈ ਕਿਹੜੇ ਕਿਹੜੇ ਤਰੀਕੇ ਵਰਤੇ ਹੈਗੇ। ਦਾ ਆਥਰ ਗੇਵ 2 ਐਗਜ਼ਾਮਪਲਸ। ਜਿਹੜਾ ਸਾਡਾ ਲੇਖਕ ਹੈ ਉਹਨੇ ਸਾਨੂੰ 2 ਉਦਾਹਰਨਾਂ ਦਿੱਤੀਆਂ ਨੇ। ਸੈਂਟ ਡਰੀਚੀ ਸੈਕਰੀਫਾਈਡ ਹਿਜ਼ ਲਾਈਫ ਟੂ ਗਿਵ ਦਾ ਗੋਡਸ ਅ ਮਾਈਟੀ ਸਵॉर्ड। ਵੀ ਕਿਵੇਂ ਇੱਕ ਸੰਤ ਡਰੀਚੀ ਨੇ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ ਪਰ ਦੇਵਤਾਵਾਂ ਨੂੰ ਇੱਕ ਤਲਵਾਰ ਬਣਾਉਣ ਦੇ ਲਈ। ਗੁਰੂ ਗੋਬਿੰਦ ਸਿੰਘ ਸਨ ਸੈਕਰੀਫਾਈਡ ਦੇਅਰ ਲਾਈਵਸ ਫॉर ਟਰੁੱਥ। ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪੁੱਤਰ ਸੀ ਉਹਨਾਂ ਨੇ ਸੱਚ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਤੇ ਇਹ ਆਪਣੇ ਕੋਲ 2 ਐਗਜ਼ਾਮਪਲਸ ਨੇ ਠੀਕ ਹੈ, ਇੱਕ ਸੈਂਟ ਡਰੀਚੀ ਵਾਲੀ ਤੇ ਸੈਕਿੰਡ ਹੈਗੀ ਗੁਰੂ ਗੋਬਿੰਦ ਸਿੰਘ ਸੰਸ। ਠੀਕ, ਸੈਕਿੰਡ ਕੁਐਸਚਨ, ਵਾਟ ਡਜ਼ ਦਾ ਪ੍ਰੈਕਟਿਸ ਆਫ ਲੰਗਰ ਸਟੈਂਡਸ ਫॉर। ਹਾਂਜੀ, ਇੱਕ ਤੁਸੀਂ ਸੁਣਿਆ ਹੈਗਾ ਲੰਗਰ ਪ੍ਰਥਾ ਜਾਂ ਲੰਗਰ ਸੰਸਥਾ ਤੇ ਉਸ ਤੋਂ ਕੀ ਭਾਵ ਹੈ। ਹਾਂਜੀ, ਲੰਗਰ ਇਜ਼ ਅ ਸਿੰਬਲ ਆਫ ਲਵ ਐਂਡ ਬ੍ਰਦਰਹੁੱਡ। ਜਿਹੜਾ ਲੰਗਰ ਹੈਗਾ ਉਹ ਪਿਆਰ ਅਤੇ ਭਰਾਤਰੀ ਭਾਵ ਦਾ ਚਿੰਨ੍ਹ ਹੈ। ਇਟ ਟੈਲਸ ਦੈਟ, ਇਹ ਸਾਨੂੰ ਦੱਸਦਾ ਹੈ ਦੈਟ ਵੀ ਸ਼ੁੱਡ ਸ਼ੇਅਰ ਆਵਰ ਮੀਲਸ ਵਿਦ ਅਦਰਸ। ਅਸੀਂ ਸਾਡਾ ਭੋਜਨ ਦੂਜਿਆਂ ਨਾਲ ਸ਼ੇਅਰ ਕਰਨਾ ਗਾ। ਇਟ ਸ਼ੋਜ਼ ਦੈਟ ਆਲ ਦਾ ਪੀਪਲਸ ਆਰ ਇਕੁਅਲ। ਇਹ ਦਰਸਾਉਂਦਾ ਗਾ ਵੀ ਸਾਰੇ ਲੋਕੀ ਨੇ ਬਰਾਬਰ।
ठीक है बेटा। इस तो बाद आप इस लैसन की ट्रांसलेशन ते ऑब्जेक्टिव टाइप क्वेश्चन कर देंगे। हाँ जी बेटा, तो ट्रांसलेशन ਦੇ ਵਿੱਚ ਦੇਖੋ ਜੀ ਫਸਟ ਹੈ ਆਪਣੇ ਕੋਲ, ਤੁਸੀਂ ਪੰਜਾਬੀ ਤੇ ਲਿਖ ਲਿਓ, ਵੈਸੇ ਤੁਸੀਂ ਲਿਖੀ ਵੀ ਹੋਏਗੀ, ਚਲੋ ਇੱਕ ਵਾਰ ਮੈਂ ਕਰਵਾ ਦਿੰਦਾ ਫਿਰ ਵੀ। ਦ ਗੋਡਸ ਅਪਰੋਚ ਦ ਸੇਜ ਦਦੀਚੀ, ਦੇਵਤੇ ਸੰਤ ਦਦੀਚੀ ਕੋਲ ਪਹੁੰਚੇ। ਸੈਕਿੰਡ ਦੇਖੋ, ਦਦੀਚੀ ਟੁਕ ਨੋ ਟਾਈਮ ਇਨ ਲੇਇੰਗ ਡਾਊਨ ਹਿਜ਼ ਲਾਈਫ, ਦਦੀਚੀ ਨੇ ਆਪਣੀ ਜੀਵਨ ਦੀ ਕੁਰਬਾਨੀ ਦੇਣ ਵਿੱਚ ਕੋਈ ਸਮਾਂ ਨਹੀਂ ਲਗਾਇਆ। ਥਰਡ, ਈਟ ਓਨਲੀ ਆਫਟਰ ਯੂ ਹੈਵ ਸ਼ੇਅਰਡ ਯੂਰ ਮੀਲ ਵਿਦ ਅਦਰਸ, ਆਪਣਾ ਭੋਜਨ ਦੂਜਿਆਂ ਨਾਲ ਵੰਡਣ ਤੋਂ ਬਾਅਦ ਖਾਓ। ਫੋਰਥ, ਅ ਵੈਲ ਨੋਨ ਸੇਜ ਨੇਮਡ ਅਸ਼ਟਵਕਰਾ ਵਾਜ਼ ਆਲਸੋ ਇਨਵਾਈਟਡ ਟੂ ਦਿਸ ਮੀਟਿੰਗ। ਠੀਕ ਹੈ, ਇੱਕ ਅਸ਼ਟਵਕਰਾ ਨਾਮ ਦੇ ਪ੍ਰਸਿੱਧ ਰਿਸ਼ੀ ਨੂੰ ਵੀ ਇਸ ਸਭਾ ਵਿੱਚ ਬੁਲਾਇਆ ਗਿਆ ਸੀ। ਠੀਕ ਹੈ, ਬੁਲਾਇਆ ਗਿਆ ਸੀ। ਫਿਫਥ ਦੇਖੋ, ਦ ਐਂਟਾਇਰ ਯੂਨੀਵਰਸ ਇਜ਼ ਵਨ ਫੈਮਿਲੀ, ਪੂਰਾ ਸੰਸਾਰ ਇੱਕ ਪਰਿਵਾਰ ਹੈ, ਜਾਂ ਸਾਰਾ ਸੰਸਾਰ ਇੱਕ ਪਰਿਵਾਰ ਹੈ। ਦਿਸ ਡਜ਼ ਨਾਟ ਬਿਲੋਂਗ ਟੂ ਮੀ, ਇਹ ਮੇਰੇ ਨਾਲ ਸੰਬੰਧਿਤ ਨਹੀਂ ਹੈ, ਇਹ ਮੇਰੇ ਨਾਲ ਸੰਬੰਧਿਤ ਨਹੀਂ ਹੈ। ਸੈਵਨਥ, ਦੇ ਚੂਜ਼ ਟੂ ਬੀ ਬ੍ਰਿਕਡ ਅਲਾਈਵ। ਠੀਕ ਹੈ, ਦੇ ਚੂਜ਼ ਟੂ ਬੀ ਬ੍ਰਿਕਡ ਅਲਾਈਵ, ਉਹਨਾਂ ਨੇ ਨੀਹਾਂ ਵਿੱਚ ਜਿਉਂਦੇ ਹੀ ਚਿਣੇ ਜਾਣਾ ਚੁਣਿਆ। ਠੀਕ ਹੈ, ਚੂਜ਼ਣਾ ਚੁਣਿਆ, ਉਹਨਾਂ ਨੇ ਨੀਹਾਂ ਵਿੱਚ ਜਿਉਂਦੇ ਜੀ ਚਿਣੇ ਜਾਣਾ ਚੁਣਿਆ। ਅੱਠਵਾਂ, ਦ ਹਿਸਟਰੀ ਆਫ ਦਿਸ ਗ੍ਰੇਟ ਲੈਂਡ ਇਜ਼ ਫੁੱਲ ਆਫ ਐਗਜ਼ਾਮਪਲ, ਇਸ ਮਹਾਨ ਧਰਤੀ ਦਾ ਇਤਿਹਾਸ ਉਦਾਹਰਣ ਨਾਲ ਭਰਿਆ ਪਿਆ ਹੈ। ਐਗਜ਼ਾਮਪਲਸ ਹੁੰਦੇ ਨੇ ਉਦਾਹਰਨਾਂ। ਠੀਕ ਹੈ, ਤਾਂ ਲਿਖੋਗੇ ਇਸ ਮਹਾਨ ਧਰਤੀ ਦਾ ਇਤਿਹਾਸ ਉਦਾਹਰਨਾਂ ਨਾਲ ਭਰਿਆ ਪਿਆ ਹੈ। ਨਾਈਨਥ ਦੇਖੋ, ਦ ਪੀਪਲ ਆਫ ਦਿਸ ਕੰਟਰੀ ਬਲੀਵ ਇਨ ਦ ਯੂਨਿਟੀ ਆਫ ਲਾਈਫ, ਇਸ ਦੇਸ਼ ਦੇ ਲੋਕ ਜੀਵਨ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ। ਨੰਬਰ 10, ਕਿੰਗ ਜਨਕ ਆਫ ਮੈਥਿਲ ਕਾਲਡ ਅ ਮੀਟਿੰਗ ਆਫ ਦ ਸਕੋਲਰਸ। ਠੀਕ ਹੈ, ਮੈਥਿਲ ਦੇ ਰਾਜਾ ਜਨਕ ਨੇ ਵਿਦਵਾਨਾਂ ਦੀ ਇੱਕ ਸਭਾ ਬੁਲਵਾਈ। ਠੀਕ ਹੈ ਬੇਟਾ, ਤਾਂ ਇਹ ਆਪਣੇ ਕੋਲ ਟਰਾਂਸਲੇਸ਼ਨ ਸੀ ਇੰਗਲਿਸ਼ ਟੂ ਪੰਜਾਬੀ। ਹਾਂਜੀ, ਨੈਕਸਟ ਆਪਾਂ ਇਹਦੇ ਓਬਜੈਕਟਿਵ ਟਾਈਪ ਕੁਐਸਚਨ ਕਰ ਲੈਂਦੇ ਹੈਗੇ। ਠੀਕ ਹੈ, ਤਾਂ ਇਹਦੇ ਵਿੱਚ ਫਸਟ ਕੁਐਸਚਨ ਦੇਖੋ ਆਪਣੇ ਕੋਲ ਹੈ, ਮਤਲਬ ਇਸ ਲੈਸਨ ਦਾ ਫਸਟ ਹੈ, ਸਮ ਸਕੋਲਰਸ ਲਾਫਡ ਐਟ ਅਸ਼ਟਵਕਰਾਜ਼ deformed body। 54, मतलब सेकंड क्वेश्चन है दा, इन एंशियंट इंडिया द वुमन वाज ऑलवेज कंसिडर्ड अ गॉडेस। हाँ जी, ये ट्रू है। 55, गॉड्स वेंट टू लॉर्ड विष्णु इन डेस्परेशन। हाँ जी, ये भी सही है, ट्रू है। 56, हु वाज लूजिंग इन द बैटल बिटवीन गॉड्स एंड डेमन्स। हाँ जी, कौन हार रहे सी भी, कौन हार रही सी, गॉड्स हार रही सी, है ना, डेमन्स तो गॉड्स हार रही सी। नेक्स्ट देखो 57, वट डिड लॉर्ड विष्णु एडवाइज द गॉड टू मेक। हाँ जी, की बनाना सी भी, एक स्वॉर्ड बनानी सी। 58, मतलब शिवाजी बोर्ड हिज हैड बिफोर द वन। ठीक है, ये तुसीं पढ़ी होगी स्टोरी ਦੇ ਵਿੱਚ ਕੀ ਸੀ, ਜਿਹੜੇ ਸ਼ਿਵਾ ਜੀ ਦੇ ਸੈਨਿਕ ਸੀ, ਜਿੱਥੇ ਉਹ ਮਤਲਬ ਉਹ ਹਮਲਾ ਕਰਦੇ ਤਾਂ ਉੱਥੋਂ ਕੁਝ ਔਰਤਾਂ ਨੂੰ ਬੰਦੀ ਬਣਾ ਕੇ ਲੈ ਆਉਂਦੇ ਹੈਗੇ, ਤਾਂ ਜਦੋਂ ਉਹਨਾਂ ਔਰਤਾਂ ਨੂੰ ਸ਼ਿਵਾ ਜੀ ਸਾਹਮਣੇ ਪੇਸ਼ ਕੀਤਾ ਜਾਂਦਾ ਹੈਗਾ ਤਾਂ ਸ਼ਿਵਾ ਜੀ ਉਸ ਔਰਤ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੇ ਹੈਗੇ। ਠੀਕ ਹੈ, ਰਿਸਪੈਕਟ ਦੇ ਤੌਰ 'ਤੇ। ਹਾਂਜੀ ਬੇਟਾ, ਨੈਕਸਟ ਆਪਾਂ 6th ਲੈਸਨ ਪੜ੍ਹਾਂਗੇ। ਹਾਂਜੀ ਬੇਟਾ, ਨੈਕਸਟ ਵੀ ਲੈਸਨ ਨੰਬਰ 6 ਹੈ, ਦ ਹੋਮ ਕਮਿੰਗ। तो फस्ट क्वेश्चन ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ, ਹੂ ਵਾਜ਼ ਫਟਿਕ। ਫਟਿਕ ਕੌਣ ਸੀ? ਫਟਿਕ ਵਾਜ਼ ਅ 14 years old boy, 14 ਸਾਲ ਦਾ ਇੱਕ ਲੜਕਾ ਸੀ। ਹੀ ਵਾਜ਼ ਦਾ ਰਿੰਗ ਲੀਡਰ ਅਮੰਗ ਦਾ ਬॉयਜ਼ ਆਫ ਹਿਜ਼ ਵਿਲੇਜ। ਠੀਕ ਹੈ, ਉਸ ਦੇ ਪਿੰਡ ਦੇ ਜਿਹੜੇ ਬੱਚਿਆਂ ਦਾ ਸਮੂਹ ਸੀ ਉਸ ਦਾ ਉਹ ਲੀਡਰ ਸੀ। ਸੈਕਿੰਡ, ਵਟ ਵਾਜ਼ ਦਾ ਨਿਊ ਮਿਸਚੀਫ ਫਟਿਕਸ ਥਾਟ ਆਫ। ਠੀਕ ਹੈ, ਮਿਸਚੀਫ ਹੁੰਦਾ ਸ਼ਰਾਰਤ। ਠੀਕ ਹੈ, ਮਿਸਚੀਫ ਮੀਨਸ ਸ਼ਰਾਰਤ, ਤਾਂ ਫਟਿਕ ਨੂੰ ਇੱਕ ਨਵੀਂ ਸ਼ਰਾਰਤ ਕੀ ਸੁੱਝੀ ਸੀ।
Fatigue and his friends wanted to roll the log away and annoy the owner। ਠੀਕ ਹੈ, ਤਾਂ ਉਹਨਾਂ ਨੇ ਇੱਕ ਲੱਕੜੀ ਨੂੰ ਮਤਲਬ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਸ ਦੇ ਮਾਲਕ ਤੋਂ ਦੂਰ ਹੋ ਜੇ। ਨੰਬਰ 3, ਵਾਈ ਵਰ ਫਟੀਕ ਐਂਡ ਹਿਸ ਫਰੈਂਡਸ ਅਨੋਇਡ ਵਿਦ ਮਾਖਣ। ਠੀਕ ਹੈ, ਇਹ ਜਿਹੜੇ ਫਟੀਕ ਤੇ ਉਹਦੇ ਦੋਸਤ ਹੈਗੇ, ਠੀਕ ਹੈ, ਉਹ ਮਾਖਣ ਦੇ ਉੱਪਰ ਮਤਲਬ ਗੁੱਸਾ ਕਿਉਂ ਹੁੰਦੇ ਹੈਗੇ, ਉਸ ਤੋਂ ਨਾਰਾਜ਼ ਕਿਉਂ ਹੈਗੇ, ਕਿਉਂ ਹੁੰਦੇ ਨੇ ਅਨੋਇਡ ਹੁੰਦੇ, ਨਾਰਾਜ਼ ਹੋਣਾ। ਤਾਂ ਮਾਖਣ ਕੇਮ ਐਂਡ ਸੈਟ ਔਨ ਦਾ ਲੌਗ ਸੋ ਦੇ ਵਰ ਅਨੋਇਡ। ਤਾਂ ਉਹ ਜਿਹੜੀ ਲੌਗ ਨੂੰ ਪੁਸ਼ ਕਰ ਰਹੇ ਹੁੰਦੇ ਨੇ ਫਾਟਿਕ ਉਸ ਦੇ ਫਰੈਂਡਸ, ਤਾਂ ਜਿਹੜਾ ਮਾਖਣ ਹੈਗਾ ਫਾਟਿਕ ਦਾ ਬ੍ਰਦਰ ਹੈਗਾ, ਉਹ ਉਸ ਲੱਕੜ ਦੇ ਉੱਪਰ ਆ ਕੇ ਬੈਠ ਜਾਂਦਾ ਹੈ, ਇਸ ਕਰਕੇ ਉਹ ਸਾਰੇ ਉਸ ਤੋਂ ਨਾਰਾਜ਼ ਹੁੰਦੇ ਹੈਗੇ। ਕੁਐਸਚਨ ਨੰਬਰ 4, ਵਟ ਵਰ ਫਾਟਿਕਸ ਲਾਸਟ ਵਰਡ। ਫਾਟਿਕ ਦੇ ਜਿਹੜੇ ਆਖਰੀ ਸ਼ਬਦ ਸੀ ਉਹ ਕੀ ਸੀ? ਫਾਟਿਕਸ ਲਾਸਟ ਵਰਡਸ ਵਰ ਮਦਰ ਦ ਹੌਲੀਡੇਜ਼ ਹੈਵ ਕਮ। ਮਾਤਾ ਜੀ ਛੁੱਟੀਆਂ ਆ ਗਈਆਂ। ਤਾਂ ਇਸ ਤੋਂ ਬਾਅਦ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਨੇ, ਇਹ ਵੀ ਆਪਾਂ ਕਰਨੇ ਹੈਗੇ। ਹਾਊ ਡਜ਼ ਫਟੀਕ ਫੀਲ ਵੈਨ ਹੀ ਇਜ਼ ਐਟ ਕੋਲਕਾਤਾ। ਜਦੋਂ ਫਟੀਕ ਕੋਲਕਾਤਾ ਦੇ ਵਿੱਚ ਸੀ ਤਾਂ ਉਹ ਕਿਵੇਂ ਮਹਿਸੂਸ ਕਰਦਾ ਸੀ? ਹੀ ਫੀਲਜ਼ ਲਾਈਕ ਅ ਫਿਸ਼ ਆਊਟ ਆਫ ਵਾਟਰ। ਤਾਂ ਉਹ ਐਵੇਂ ਅਨੁਭਵ ਕਰਦਾ ਸੀ ਜਿਵੇਂ ਇੱਕ ਮੱਛੀ ਪਾਣੀ ਤੋਂ ਬਾਹਰ ਆ ਗਈ ਹੋਵੇ। ਹੀ ਇਜ਼ ਵੈਰੀ ਅਨਹੈਪੀ। ਉਹ ਬਹੁਤ ਉਦਾਸ ਸੀ। ਹਿਜ਼ ਆਂਟ ਡਿਸਲਾਈਕਸ ਹਿਮ। ਉਸਦੀ ਜਿਹੜੀ ਆਂਟੀ ਸੀ ਉਸ ਨੂੰ ਪਸੰਦ ਨਹੀਂ ਕਰਦੀ ਸੀ। ਹਿਜ਼ ਕਜ਼ਨਸ ਮੌਕ ਐਟ ਹਿਮ। ਉਹਦੇ ਜਿਹੜੇ ਚਚੇਰੇ ਭਰਾ ਸੀ ਉਹਦੇ ਉੱਪਰ ਹੱਸਦੇ ਸੀ। ਹਿਜ਼ ਟੀਚਰਸ ਕੇਨ ਹਿਮ ਡੇਲੀ। ਹੀ ਫੀਲਜ਼ ਵੈਰੀ ਸੈਡ। ਠੀਕ। ਸੈਕਿੰਡ, ਹੂ ਇਜ਼ ਰਿਸਪੋਂਸੀਬਲ ਫॉर ਫਟੀਕਸ ਡੈਥ। ਫਾਟਿਕ ਦੀ ਮੌਤ ਦੇ ਲਈ ਕਿਹਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈਗਾ? ਤਾਂ ਹਿਜ਼ ਆਂਟ ਇਜ਼ ਰਿਸਪੋਂਸੀਬਲ ਫॉर ਫਾਟਿਕਸ ਡੈਥ। ਉਸ ਦੀ ਜਿਹੜੀ ਆਂਟੀ ਸੀ ਉਹ ਫਾਟਿਕ ਦੀ ਮੌਤ ਲਈ ਜ਼ਿੰਮੇਵਾਰ ਹੈ। ਸ਼ੀ ਡਿਸਲਾਈਕਸ ਹਿਮ। ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ। ਸ਼ੀ ਇਲ ਟਰੀਟਸ ਹਿਮ। ਉਹ ਉਹਦੇ ਨਾਲ ਬੁਰਾ ਵਿਵਹਾਰ ਕਰਦੀ ਸੀ। ਫਾਟਿਕਸ ਫਾਲਸ ਵੈਰੀ ਇਲ। ਫਾਲਸ ਵੈਰੀ ਇਲ, ਜਦੋਂ ਫਟੀਕ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈਗਾ, ਬਟ ਸ਼ੀ ਸਕੋਲਸ ਹਿਮ ਦੈਟ ਟਾਈਮ ਆਲਸੋ। ਉਹ ਉਸ ਸਮੇਂ ਵੀ ਫਾਟਿਕ ਨੂੰ ਬਹੁਤ ਡਾਂਟਦੀ ਹੈਗੀ। ਕੁਐਸਚਨ ਨੰਬਰ 3, ਤੁਸੀਂ ਇੱਕ ਵਾਰ ਸਕਰੀਨਸ਼ਾਟ ਲੈ ਲਓ ਬੇਟਾ ਇਹਦਾ, ਇਹ ਆਨਸਰਸ ਬਹੁਤ ਈਜ਼ੀ ਹੈਗੇ। ਹਾਂਜੀ, ਨੈਕਸਟ ਥਰਡ, ਗਿਵ ਅ ਪੈਨ ਪੋਰਟਰੇਟ ਆਫ ਫਟੀਕ। ਫਟੀਕ ਦੇ ਬਾਰੇ ਲਿਖਣਾ ਆਪਾਂ ਨੇ। ਤਾਂ ਫਟੀਕ ਇਜ਼ ਅ 14 ਈਅਰਸ ਓਲਡ ਬॉय। 14 ਸਾਲ ਦਾ ਇੱਕ ਲੜਕਾ ਹੈਗਾ। ਇਹ ਇਜ਼ ਦਾ ਰਿੰਗ ਲੀਡਰ ਆਫ ਦਾ ਵਿਲੇਜ ਬॉयਜ਼। ਤਾਂ ਪਿੰਡ ਦੇ ਵਿੱਚ ਜਿਹੜੇ ਬੱਚੇ ਹੈਗੇ ਉਹਨਾਂ ਦਾ ਉਹ ਨੇਤਾ ਬਣਿਆ ਹੈਗਾ। ਹੀ ਇਜ਼ ਅ ਫਰਟਾਈਲ ਮਾਈਂਡ। ਠੀਕ ਹੈ, ਤੇਜ਼ ਤਰਾਰ ਦਿਮਾਗ ਵਾਲਾ ਹੈਗਾ। ਹਿਜ਼ ਅੰਕਲ ਟੇਕਸ ਹਿਮ ਟੂ ਕੋਲਕਾਤਾ। ਉਹਦੇ ਅੰਕਲ ਉਸ ਨੂੰ ਕੋਲਕਾਤਾ ਲੈ ਜਾਂਦੇ ਹੈਗੇ। ਬਟ ਹੀ ਫੀਲਜ਼ ਲਾਈਕ ਅ ਫਿਸ਼ ਆਊਟ ਆਫ ਵਾਟਰ। ਪਰੰਤੂ ਉੱਥੇ ਉਹ ਮਹਿਸੂਸ ਕਰਦਾ ਹੈਗਾ ਜਿਵੇਂ ਇੱਕ ਮੱਛੀ ਪਾਣੀ ਤੋਂ ਬਾਹਰ ਆਈ ਹੋਵੇ। ਹਿਜ਼ ਆਂਟ ਸਕੋਲਸ ਹਿਮ ਡੇਲੀ। ਉਹਦੀ ਆਂਟੀ ਉਸ ਨੂੰ ਹਰ ਰੋਜ਼ ਡਾਂਟਦੀ ਹੈ। ਹਿਜ਼ ਕਜ਼ਨਸ ਮੌਕ ਐਟ ਹਿਮ। ਠੀਕ ਹੈ, ਇਹ ਆਪਾਂ ਪਹਿਲਾਂ ਕਰ ਚੁੱਕੇ, ਤਾਂ ਇੱਕ ਵਾਰ ਇਹਨੂੰ ਤੁਸੀਂ ਪੜ੍ਹ ਲਿਓ ਧਿਆਨ ਨਾਲ। ਇਸ ਤੋਂ ਬਾਅਦ ਆਪਾਂ ਇਸ ਲੈਸਨ ਦੇ ਓਬਜੈਕਟਿਵ ਟਾਈਪ ਜਿਹੜੇ ਕੁਐਸਚਨਸ ਹੈਗੇ ਤੇ ਟਰਾਂਸਲੇਸ਼ਨ ਉਹ ਵੇਖਦੇ ਆਂਗੇ। ਆਓ। ਹਾਂਜੀ ਬੇਟਾ, ਨੈਕਸਟ ਵੀ ਇਸ ਲੈਸਨ ਦੀ ਆਪਣੇ ਕੋਲ ਟਰਾਂਸਲੇਸ਼ਨ ਹੈ। ਦ ਬॉयਜ਼ ਵਰ ਪਜ਼ਲਡ ਫॉर ਅ ਮੋਮੈਂਟ। ਤਾਂ ਇਹਦੀ ਪੰਜਾਬੀ ਤੁਸੀਂ ਬਣਾਓਗੇ, ਮੁੰਡੇ ਇੱਕ ਪਲ ਲਈ ਉਲਝਣ ਵਿੱਚ ਪੈ ਗਏ। ਮੁੰਡੇ ਇੱਕ ਪਲ ਲਈ ਉਲਝਣ ਵਿੱਚ ਪੈ ਗਏ। ਸੈਕਿੰਡ, ਫਾਟਿਕ ਰਿਫਿਊਜ਼ ਟੂ ਮੂਵ। ਫਾਟਿਕ ਨੇ ਹਿੱਲਣ ਤੋਂ ਇਨਕਾਰ ਕਰ ਦਿੱਤਾ ਜਾਂ ਫਾਟਿਕ ਨੇ ਹਿੱਲਣ ਤੋਂ ਨਾ ਕਰ ਦਿੱਤੀ। ਥਰਡ, ਫਾਟਿਕ ਚੱਕਰਵਰਤੀ ਵਾਜ਼ ਦਾ ਰਿੰਗ ਲੀਡਰ ਅਮੰਗੈਸਟ ਦਾ ਬॉयਜ਼ ਆਫ ਦਾ ਵਿਲੇਜ। ਇਹਦੀ ਪੰਜਾਬੀ ਲਿਖੋਗੇ, ਫਾਟਿਕ ਚੱਕਰਵਰਤੀ ਪਿੰਡ ਦੇ ਮੁੰਡਿਆਂ ਦਾ ਮੁਖੀ ਸੀ। ਮਤਲਬ ਉਹਨਾਂ ਦਾ ਜਿਹੜਾ ਗਰੁੱਪ ਸੀ ਉਹਦਾ ਮੁਖੀ ਸੀ, ਲੀਡਰ ਸੀ ਉਹ। ਹੀ ਕੁਡ ਨਾਟ ਬੀਅਰ ਦਿਸ ਇਨਜਸਟਿਸ। ਠੀਕ ਹੈ, ਇਨਜਸਟਿਸ ਹੁੰਦਾ ਪੁੱਤ ਅਨਿਆਂ। ਉਹ ਇਹ ਅਨਿਆਂ ਨੂੰ ਸਹਿ ਨਾ ਸਕਿਆ। ਫਿਫਥ, ਦ ਸਟ੍ਰੇਂਜਰ ਆਸਕਡ ਹਿਮ ਅਗੇਨ। ਠੀਕ ਹੈ, ਸਟ੍ਰੇਂਜਰ ਹੁੰਦਾ ਅਜਨਬੀ। ਉਸ ਅਜਨਬੀ ਨੇ ਉਸ ਨੂੰ ਦੁਬਾਰਾ ਪੁੱਛਿਆ। ਅਜਨਬੀ ਨੇ ਉਸ ਨੂੰ ਦੁਬਾਰਾ ਪੁੱਛਿਆ। ਐਟ ਲਾਸਟ ਬਿਸ਼ੰਬਰ ਆਸਕਡ ਦਾ ਪੁਲਿਸ ਟੂ ਹੈਲਪ ਹਿਮ। ਤੇ ਇਹਦੇ ਵਿੱਚ ਤੁਸੀਂ ਲਿਖੋਗੇ, ਆਖਿਰ ਬਿਸ਼ੰਬਰ ਨੇ ਪੁਲਿਸ ਨੂੰ ਆਪਣੀ ਮਦਦ ਲਈ ਬੁਲਾਇਆ। ਸੈਵਨਥ, ਕਿਹਾ। ਠੀਕ ਹੈ, ਅਖੀਰ ਵਿੱਚ ਬਿਸ਼ੰਬਰ ਨੇ ਪੁਲਿਸ ਨੂੰ ਮਦਦ ਲਈ ਕਿਹਾ। ਨੈਕਸਟ ਦੇਖੋ, ਵਨ ਡੇ ਫਾਟਿਕ ਲੋਸਟ ਹਿਜ਼ ਲੈਸਨ ਬੁੱਕ। ਇੱਕ ਦਿਨ ਫਾਟਿਕ ਨੇ ਆਪਣੀ ਪਾਠ ਪੁਸਤਕ ਗਵਾ ਲਈ ਜਾਂ ਗੁੰਮ ਕਰ ਦਿੱਤੀ। ਏਟਥ, ਦ ਨੈਕਸਟ ਮਾਰਨਿੰਗ ਫਾਟਿਕ ਵਾਜ਼ ਨੋ ਵੇਅਰ ਟੂ ਬੀ ਸੀਨ। ਅਗਲੀ ਸਵੇਰ ਫਾਟਿਕ ਕਿਤੇ ਵੀ ਨਜ਼ਰ ਨਾ ਆਇਆ। ਨੰਬਰ 9th, ਬਿਸ਼ੰਬਰ ਬ੍ਰੌਟ ਇਨ ਅ ਡਾਕਟਰ। ਬਿਸ਼ੰਬਰ ਨੇ ਇੱਕ ਡਾਕਟਰ ਨੂੰ ਬੁਲਾਇਆ। 10th, ਮਦਰ ਦਾ ਹੌਲੀਡੇਜ਼ ਹੈਵ ਕਮ। ਮਾਤਾ ਜੀ ਛੁੱਟੀਆਂ ਆ ਗਈਆਂ ਹਨ।
ਤਾਂ ਇਹਦੀ ਟਰਾਂਸਲੇਸ਼ਨ ਸੀ। ਇਸ ਤੋਂ ਬਾਅਦ ਇਹਦੇ ਆਪਾਂ ਆਬਜੈਕਟਿਵ ਟਾਈਪ ਕੁਐਸਚਨ ਵੀ ਵੇਖ ਲੈਣੇ ਹੈਗੇ। ਹਾਂਜੀ, ਤਾਂ ਫਸਟ ਕੁਐਸਚਨ ਦੇਖੋ ਵੀ ਆਪਣੇ ਕੋਲ ਹੈ, ਵਟ ਵਾਜ਼ ਦਾ ਨੇਮ ਆਫ ਫਾਟਿਕਸ ਬ੍ਰਦਰ। ਫਾਟਿਕਸ ਦੇ ਬ੍ਰਦਰ ਦਾ ਕੀ ਨਾਮ ਸੀ ਬੇਟਾ? ਉਹਦਾ ਨਾਮ ਸੀ ਮਾਖਨ। ਕੀ ਨਾਮ ਸੀ ਵੀ ਉਹਦਾ? ਮਾਖਨ, MAKHAN। ਨੈਕਸਟ, ਫਾਟਿਕਸ ਅੰਕਲ ਲਿਵਡ ਇਨ। ਜਿਹੜੇ ਫਾਟਿਕ ਦੇ ਅੰਕਲ ਸੀ ਕਿੱਥੇ ਰਹਿੰਦੇ ਸੀ? ਕੋਲਕਾਤਾ ਦੇ ਵਿੱਚ। ਥਰਡ, ਫਾਟਿਕਸ ਆਂਟ ਵੈਲਕਮਡ ਫਾਟਿਕ ਐਟ ਹਰ ਹੋਮ। ਉਹਦੇ ਸਵਾਗਤ ਕੀਤਾ ਸੀ? ਨੋ, ਇਟਸ ਫਾਲਸ। Next, Fatik's dad did not like his ways. Fatik's mothers did not like his ways. Next, Fatik wanted to move a dash from its place. ਹਾਂਜੀ, ਉਹ ਕੀ ਸੀ? ਇੱਕ log ਸੀ, ਲੱਕੜ ਸੀ। Next, Fatik's last words were mother's dash have come, mother's holidays have come. ਠੀਕ, ਨੈਕਸਟ ਨੂੰ ਆਪਾਂ ਲੈਸਨ ਨੰਬਰ ਕਰ ਦਿਆਂਗੇ। ਹਾਂਜੀ, 7th ਲੈਸਨ ਹੈ ਬੇਟਾ ਆਪਣਾ, ਦਾ ਮੇਕਿੰਗ ਆਫ ਦਾ ਅਰਥ। ਬਹੁਤ ਈਜ਼ੀ ਲੈਸਨ ਹੈ ਵੀ, ਇੰਪੋਰਟੈਂਟ ਵੀ ਇਹਦੇ ਵਿੱਚ ਕੁਐਸਚਨ ਆਏਗਾ। ਵਟ ਆਰ ਪਲੈਨਟਸ। ਠੀਕ ਹੈ, ਗ੍ਰਹਿ ਕੀ ਹਨ? ਪਲੈਨਟਸ ਆਰ ਦਾ ਹੈਵਨਲੀ ਬੋਡੀਜ਼ ਵਿਚ ਮੂਵ ਅਰਾਊਂਡ ਦਾ ਸਨ। ਇਹ ਉਹ ਭਾਰੇ ਵਸਤੂਆਂ ਨੇ, ਠੀਕ ਹੈ, ਜੋ ਸੂਰਜ ਦੇ ਆਲੇ ਦੁਆਲੇ ਘੁੰਮਦੇ ਨੇ। ਐਗਜ਼ਾਮਪਲ ਦਾ ਅਰਥ, ਉਦਾਹਰਨ ਦੇ ਤੌਰ 'ਤੇ ਜਿਵੇਂ ਸਾਡੀ ਅਰਥ, ਇਸ ਤਰ੍ਹਾਂ ਯੂਪੀਟਰ, ਸੈਟਰਨ, ਉਹ ਸਾਰੇ ਪਲੈਨਟ ਨੇ। ਡਿਫਾਈਨ ਸੋਲਰ ਸਿਸਟਮ। ਹਾਂਜੀ, ਜੋ ਸੂਰਜੀ ਪਰਿਵਾਰ ਹੈਗਾ ਉਹਦੇ ਬਾਰੇ ਆਪਾਂ ਲਿਖਣਾ ਹੈਗਾ। ਸੋਲਰ ਸਿਸਟਮ ਮੀਨਸ ਦਾ ਫੈਮਿਲੀ ਆਫ ਦਾ ਸਨ। ਸੂਰਜੀ ਪਰਿਵਾਰ ਤੋਂ ਭਾਵ ਹੈਗਾ ਸੂਰਜ ਦਾ ਪਰਿਵਾਰ। ਇਟ ਹੈਜ਼ ਦਾ ਸਨ, ਇਹਦੇ ਵਿੱਚ ਸੂਰਜ ਹੈ। ਇਟਸ ਪਲੈਨਟ, ਇਹਦੇ ਗ੍ਰਹਿ ਹਨ। ਐਂਡ ਦੇਅਰ ਸੈਟੇਲਾਈਟਸ, ਤੇ ਗ੍ਰਹਿਆਂ ਦੇ ਉਪਗ੍ਰਹਿ ਹਨ। ਥਰਡ, ਹਾਊ ਕੈਨ ਯੂ ਡਿਸਟਿੰਗੁਇਸ਼ ਬਿਟਵੀਨ ਪਲੈਨਟਸ ਐਂਡ ਸਟਾਰਸ। ਤੁਸੀਂ ਗ੍ਰਹਿਆਂ ਅਤੇ ਤਾਰਿਆਂ ਦੇ ਵਿਚਕਾਰ ਕਿਵੇਂ ਅੰਤਰ ਕਰ ਸਕਦੇ ਹੋਗੇ? ਕੀ ਹੈ ਬੇਟਾ? ਜਿਹੜੇ ਸਟਾਰਸ ਨੇ ਉਹ ਕਿਤੇ ਟਵਿੰਕਲ, ਚਮਕਦੇ ਨੇ, ਪਰੰਤੂ ਗ੍ਰਹਿ ਨਹੀਂ ਚਮਕਦੇ। ਸਟਾਰਸ ਟਵਿੰਕਲ ਵਾਈਲ ਪਲੈਨਟਸ ਡੋ ਨੋਟ। ਠੀਕ ਹੈ, ਜਿਹੜੇ ਤਾਰੇ ਹੈਗੇ ਉਹ ਚਮਕਦੇ ਨੇ, ਗ੍ਰਹਿ ਨਹੀਂ ਚਮਕਦੇ। ਸਟਾਰਸ ਆਰ ਬਿਗਰ ਦੈਨ ਪਲੈਨਟਸ। ਜਿਹੜੇ ਤਾਰੇ ਹੈਗੇ ਉਹ ਗ੍ਰਹਿਆਂ ਦੇ ਮੁਕਾਬਲੇ ਵੱਡੇ ਹੁੰਦੇ ਹਨ। ਹਾਊ ਵਾਜ਼ ਦਾ ਅਰਥ ਫਾਰਮਡ। ਧਰਤੀ ਕਿਵੇਂ ਬਣੀ? ਦਾ ਅਰਥ ਵਾਜ਼ ਅ ਪਾਰਟ ਆਫ ਦਾ ਸਨ। ਜਿਹੜੀ ਧਰਤੀ ਹੈ ਕਦੇ ਸੂਰਜ ਦਾ ਹਿੱਸਾ ਸੀ। ਇਟ ਵਾਜ਼ ਵੈਰੀ ਹੌਟ, ਇਹ ਬਹੁਤ ਜ਼ਿਆਦਾ ਗਰਮ ਸੀ। ਦੈਨ ਇਟ ਸ਼ਾਟ ਅਵੇ ਫਰੋਮ ਦਾ ਸਨ, ਫਿਰ ਇਹ ਸੂਰਜ ਤੋਂ ਦੂਰ ਹੋਈ। ਇਟ ਕੂਲਡ ਡਾਊਨ ਸਲੋਲੀ, ਹੌਲੀ ਹੌਲੀ ਇਹ ਠੰਡੀ ਹੁੰਦੀ ਗਈ। ਦਸ ਦਾ ਅਰਥ ਵਾਜ਼ ਫਾਰਮਡ। ਇਸ ਤਰੀਕੇ ਨਾਲ ਧਰਤੀ ਦਾ ਨਿਰਮਾਣ ਹੋਇਆ ਸੀ। ਠੀਕ, ਨੈਕਸਟ ਇਹਦੇ ਲੌਂਗ ਆਨਸਰ ਟਾਈਪ ਕੁਐਸਚਨਸ ਨੇ। ਫਸਟ ਦੇਖੋ, ਰਾਈਟ ਅ ਸ਼ਾਰਟ ਨੋਟ ਔਨ ਦਾ ਮੇਕਿੰਗ ਆਫ ਦਾ ਅਰਥ। ਠੀਕ ਹੈ, ਧਰਤੀ ਦੇ ਬਣਨ ਦੇ ਉੱਪਰ ਇੱਕ ਆਪਾਂ ਛੋਟਾ ਜਿਹਾ ਨੋਟ ਲਿਖਣਾ ਹੈਗਾ। ਦ ਅਰਥ ਵਾਜ਼ ਅ ਪਾਰਟ ਆਫ ਦਾ ਸਨ। ਠੀਕ ਹੈ, ਇਹ ਬਿਲਕੁਲ ਸੇਮ ਜਿਹੜਾ ਆਪਾਂ ਆਨਸਰ ਇਹ ਵਾਲਾ ਕੀਤਾ ਸੀ, ਬਿਲਕੁਲ ਸੇਮ ਇਹਦੇ ਨਾਲ ਦੀ ਆਨਸਰ ਹੈਗਾ। ਇਹਨੂੰ ਤੁਸੀਂ ਰੀਡ ਕਰ ਲਿਓ, ਯਾਦ ਕਰ ਲਿਓ। ਸੈਕਿੰਡ ਦੇਖੋ, ਰਾਈਟ ਅ ਫਿਊ ਵਰਡਸ ਔਨ ਦਾ ਹੈਪੀ ਫੈਮਿਲੀ ਆਫ ਦਾ ਸਨ। ਠੀਕ ਹੈ, ਸੂਰਜ ਦਾ ਜਿਹੜਾ ਖੁਸ਼ ਪਰਿਵਾਰ ਹੈਗਾ ਉਹਦੇ ਉੱਪਰ ਆਪਾਂ ਕੁਝ ਸ਼ਬਦ ਲਿਖਣੇ ਹੈਗੇ। ਜਿਵੇਂ ਦੇਖੋ, ਸੋਲਰ ਸਿਸਟਮ ਮੀਨਸ ਦਾ ਫੈਮਿਲੀ ਆਫ ਦਾ ਸਨ। ਠੀਕ ਹੈ, ਸੂਰਜੀ ਪਰਿਵਾਰ ਤੋਂ ਭਾਵ ਹੈਗਾ ਸੂਰਜ ਦਾ ਪਰਿਵਾਰ। ਇਟ ਹੈਜ਼ ਦਾ ਸਨ, ਇਹਦੇ ਵਿੱਚ ਸੂਰਜ ਹੈ। ਇਟਸ ਪਲੈਨਟ, ਇਹਦੇ ਗ੍ਰਹਿ ਹਨ। ਐਂਡ ਦੇਅਰ ਸੈਟੇਲਾਈਟਸ ਇਨ ਇਟ। ਠੀਕ ਹੈ, ਤੇ ਇਹਨਾਂ ਦੇ ਉਪਗ੍ਰਹਿ ਇਹਦੇ ਵਿੱਚ ਸ਼ਾਮਿਲ ਨੇ। ਸੋਲਰ ਮੀਨਸ ਫੈਮਿਲੀ ਆਫ ਦਾ ਸਨ। ਸਨ ਇਜ਼ ਦਾ ਫਾਦਰ, ਇੱਥੇ ਫਾਦਰ ਕਰ ਲਿਓ ਬੇਟਾ, ਫਾਦਰ ਆਫ ਦਾ ਆਲ ਪਲੈਨਟਸ। ਜਿਹੜਾ ਸੂਰਜ ਹੈਗਾ ਉਹ ਸਾਰੇ ਗ੍ਰਹਿਆਂ ਦਾ ਪਿਤਾ ਹੈ। ਠੀਕ, ਹੁਣ ਆਪਾਂ ਇਹਦੇ ਆਬਜੈਕਟਿਵ ਟਾਈਪ ਕੁਐਸਚਨ ਵੀ ਕਰ ਲਈਏ ਤੇ ਟਰਾਂਸਲੇਸ਼ਨ। ਹਾਂਜੀ ਬੇਟਾ, ਟਰਾਂਸਲੇਸ਼ਨ ਦੇ ਵਿੱਚ ਫਸਟ ਦੇਖੋ ਵੀ, ਦ ਸਨ ਐਂਡ ਦਾ ਪਲੈਨਟਸ ਵਰ ਦੇਅਰ ਸੈਟੇਲਾਈਟਸ ਫਰੋਮ ਅ ਹੈਪੀ ਫੈਮਿਲੀ। ਸੂਰਜ ਅਤੇ ਉਸਦੇ ਗ੍ਰਹਿ ਆਪਣੇ ਉਪਗ੍ਰਹਿਆਂ ਨਾਲ ਇੱਕ ਖੁਸ਼ਹਾਲ ਪਰਿਵਾਰ ਬਣਾਉਂਦੇ ਹਨ। ਸੈਕਿੰਡ, ਐਟ ਨਾਈਟ ਯੂ ਸੀ ਥਾਊਜ਼ੈਂਡ ਆਫ ਸਟਾਰਸ ਇਨ ਦਾ ਸਕਾਈ। ਤੁਸੀਂ ਰਾਤ ਸਮੇਂ ਆਕਾਸ਼ ਵਿੱਚ ਹਜ਼ਾਰਾਂ ਤਾਰੇ ਦੇਖਦੇ ਹੋ। ਥਰਡ ਹੈ ਬੇਟਾ ਦੇਖੋ, ਦ ਰੀਅਲ ਸਟਾਰਸ ਆਰ ਲਾਈਕ ਆਵਰ ਸਨ। ਅਸਲੀ ਤਾਰੇ ਸਾਡੇ ਸੂਰਜ ਵਾਂਗ ਹੁੰਦੇ ਹਨ। ਫੋਰਥ, ਸੋ ਦ ਅਰਥ ਸਟਾਰਟਡ ਟੂ ਕੂਲ। ਇਸ ਤਰ੍ਹਾਂ ਧਰਤੀ ਠੰਡੀ ਹੋਣੀ ਸ਼ੁਰੂ ਹੋ ਗਈ। ਫਿਫਥ, ਸਟਾਰਸ ਟਵਿੰਕਲ ਪਲੈਨਟਸ ਡੂ ਨਾਟ। ਤਾਰੇ ਟਿਮਟਿਮਾਉਂਦੇ ਹਨ, ਉਪਗ੍ਰਹਿ ਨਹੀਂ। ਕੈਨ ਯੂ ਡਿਸਟਿੰਗੁਇਸ਼ ਬਿਟਵੀਨ ਅ ਪਲੈਨਟ ਐਂਡ ਅ ਸਟਾਰ। ਕੀ ਤੁਸੀਂ ਇੱਕ ਗ੍ਰਹਿ ਅਤੇ ਤਾਰੇ ਵਿੱਚ ਫਰਕ ਕਰ ਸਕਦੇ ਹੋ? ਸੈਵਨਥ, ਦ ਮੂਨ ਇਜ਼ ਕਾਲਡ ਅ ਸੈਟੇਲਾਈਟ ਆਫ ਦਾ ਅਰਥ। ਚੰਨ ਨੂੰ ਧਰਤੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ।
ਆਵਰ ਅਰਥ ਬਿਲੋਂਗਸ ਟੂ ਦਾ ਫੈਮਿਲੀ ਆਫ ਦਾ ਸਨ, ਸਾਡੀ ਧਰਤੀ ਸੂਰਜੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਨ ਰਿਅਲਟੀ ਆਵਰ ਸਨ ਇਟਸੈਲਫ ਇਜ਼ ਅ ਸਟਾਰ, ਅਸਲ ਵਿੱਚ ਸਾਡਾ ਸੂਰਜ ਵੀ ਇੱਕ ਤਾਰਾ ਹੈ। ਵੀ ਥਿੰਕ ਦਾ ਅਰਥ ਇਜ਼ ਵੈਰੀ ਬਿਗ, ਅਸੀਂ ਸੋਚਦੇ ਹਾਂ ਕਿ ਧਰਤੀ ਬਹੁਤ ਵੱਡੀ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਲੈਸਨ ਨੰਬਰ 8 ਦੇ ਕੁਐਸਚਨ ਆਨਸਰਸ ਵੇਖਦੇ ਹਾਂਗੇ। ਹਾਂਜੀ ਬੇਟਾ, ਲੈਸਨ ਨੰਬਰ 8 ਤੇ ਵੀ ਆਪਣੇ ਕੋਲ ਦਾ ਰੂਲ ਆਫ ਦਾ ਰੋਡ, ਤਾਂ ਇਹ ਲਾਸਟ ਲੈਸਨ ਆਪਣਾ ਮੇਨ ਕੋਰਸ ਬੁੱਕ ਦੇ ਵਿੱਚ। ਤੇ ਇਹਦੇ ਵਿੱਚ ਫਸਟ ਕੁਐਸਚਨ ਦੇਖੋ, ਵਾਈ ਵਾਜ਼ ਦਾ ਸਟਾਟ ਲੇਡੀ ਵਾਕਿੰਗ ਡਾਊਨ ਦਾ ਮਿਡਲ ਆਫ ਦਾ ਰੋਡ। ਹਾਂਜੀ, ਉਹ ਜਿਹੜੀ ਔਰਤ ਸੀ ਰੋਡ ਦੇ ਵਿਚਕਾਰ ਕਿਉਂ ਚੱਲ ਰਹੀ ਸੀ? ਬਿਕੋਜ਼ ਸ਼ੀ ਥਾਟ ਦੈਟ, ਕਿਉਂਕਿ ਉਹ ਸੋਚਦੀ ਸੀ ਕਿ ਸ਼ੀ ਹੈਡ ਦਾ ਲਿਬਰਟੀ ਟੂ ਵਾਕ ਵੇਅਰ ਐਵਰ ਸ਼ੀ ਲਾਈਕਡ, ਉਸ ਕੋਲ ਆਜ਼ਾਦੀ ਹੈ, ਉਹ ਜਿੱਥੇ ਮਰਜ਼ੀ ਚੱਲੇ। ਸੈਕਿੰਡ ਕੁਐਸਚਨ, ਵਟ ਵਾਜ਼ ਦਾ ਰਾਈਟਰ ਰੀਡਿੰਗ ਡਿਊਰਿੰਗ ਦਾ ਜਰਨੀ। ਹਾਂਜੀ, ਦਾ ਰਾਈਟਰ ਵਾਜ਼ ਰੀਡਿੰਗ ਅ ਬਲੂ ਬੁੱਕ ਡਿਊਰਿੰਗ ਦਾ ਜਰਨੀ। Third, what was the intruding passenger talking of? ਹਾਂਜੀ, he was talking of any and every subject with no purpose. Fourth, what is the basis of social contract? A sensible thinking for the rights of other is the basis of social contract. ਤਾਂ ਇਹਦੇ ਵਿੱਚ ਇਹ ਦੋ ਲੌਂਗ ਆਨਸਰ ਟਾਈਪ ਕੁਐਸਚਨਸ ਨੇ ਬੇਟਾ। ਠੀਕ ਹੈ, ਤਾਂ ਫਸਟ ਕੁਐਸਚਨ ਇਹਦੇ ਵਿੱਚ ਦੋ ਕੁਐਸਚਨਸ ਨੇ ਵੀ, ਔਰ ਦੇਖੋ ਮਤਲਬ ਇਹਨਾਂ ਦੋਨਾਂ ਦਾ ਆਨਸਰ ਬਿਲਕੁਲ ਸੇਮ ਹੈ। ਰਾਈਟ ਦਾ ਥੀਮ ਆਫ ਦਾ ਐਸੇ, ਦਾ ਰੂਲ ਆਫ ਦਾ ਰੋਡ, ਲਿਬਰਟੀ ਇਜ਼ ਨਾਟ ਅ ਪਰਸਨਲ ਅਫੇਅਰ ਬਟ ਅ ਸੋਸ਼ਲ ਕੰਟਰੈਕਟ। ਐਕਸਪਲੇਨ, liberty is not a personal affair, it is a social contract. It is good to have personal liberty, but we should also think about others. ਠੀਕ ਹੈ, ਤਾਂ ਇਹਦੇ ਕੁਐਸਚਨ ਆਨਸਰ ਸੀ ਬੇਟਾ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਟਰਾਂਸਲੇਸ਼ਨ ਦੀ। ਹਾਂਜੀ ਬੇਟਾ, ਟਰਾਂਸਲੇਸ਼ਨ ਹੈ ਵੀ ਇਹਦੀ। ਫਸਟ ਦੇਖੋ, ਯੂ ਮੇ ਨਾਟ ਥਿੰਕ ਸੋ, ਹੋ ਸਕਦਾ ਹੈ ਤੁਸੀਂ ਅਜਿਹਾ ਨਾ ਸੋਚੋ। ਸੈਕੰਡ ਦੇਖੋ, ਆਈ ਐਮ ਗੋਇੰਗ ਟੂ ਵਾਕ ਵੇਅਰ ਆਈ ਲਾਈਕ, ਜਿੱਥੇ ਮੈਂ ਚਾਹੁੰਦਾ ਹਾਂ ਉੱਥੇ ਚੱਲਾਂਗਾ। ਠੀਕ ਹੈ। ਥਰਡ, ਹੀ ਵਾਜ਼ ਓਬਵੀਅਸਲੀ ਅ ਵੈਲ ਇੰਟੈਂਸ਼ਨਡ ਪਰਸਨ, ਸਪਸ਼ਟ ਤੌਰ ਤੇ ਉਹ ਇੱਕ ਵਧੀਆ ਇਰਾਦੇ ਵਾਲਾ ਵਿਅਕਤੀ ਸੀ। ਫੋਰਥ, ਵੀ ਮਸਟ ਬੀ ਯੂਡੀਜੀਅਸ ਮਿਕਸਚਰ ਆਫ ਬੋਥ, ਸਾਨੂੰ ਦੋਨਾਂ ਦਾ ਨਿਆਂ ਸੰਗਤ ਮਿਸ਼ਰਣ ਹੋਣਾ ਚਾਹੀਦਾ ਗਾ। ਦ ਗ੍ਰੇਟ ਮੂਮੈਂਟਸ ਆਫ ਹੀਰੋਇਜ਼ਮ ਐਂਡ ਸੈਕਰੀਫਾਈਸ ਆਰ ਰੇਅਰ, ਬਹਾਦਰੀ ਅਤੇ ਬਲੀਦਾਨ ਦੇ ਮਹਾਨ ਪਲ ਦੁਰਲੱਭ ਹਨ। ਆਈ ਹੋਪ ਮਾਈ ਫਰੈਂਡ ਇਨ ਦ ਰੇਲਵੇ ਕੈਰੀਜ਼ ਵਿਲ ਰਿਫਲੈਕਟ ਔਨ ਦਿਸ, ਮੈਨੂੰ ਆਸ ਹੈ ਰੇਲ ਦੇ ਡੱਬੇ ਵਾਲਾ ਮੇਰਾ ਮਿੱਤਰ ਇਸ ਉੱਤੇ ਵਿਚਾਰ ਕਰੇਗਾ। ਨੰਬਰ 7, ਯੂ ਹੈਵ ਲਿਬਰਟੀ ਟੂ ਲਾਫ ਐਟ ਮੀ, ਤੁਹਾਨੂੰ ਮੇਰੇ ਉੱਪਰ ਹੱਸਣ ਦੀ ਆਜ਼ਾਦੀ ਹੈ। ਲਿਬਰਟੀ ਇਜ਼ ਨਾਟ ਅ ਪਰਸਨਲ ਅਫੇਅਰ ਓਨਲੀ ਬਟ ਅ ਸੋਸ਼ਲ ਕੰਟਰੈਕਟ, ਸੁਤੰਤਰਤਾ ਮਾਤਰ ਇੱਕ ਨਿੱਜੀ ਵਿਸ਼ਾ ਨਹੀਂ ਹੁੰਦਾ ਪਰੰਤੂ ਇੱਕ ਸਮਾਜਿਕ ਸਮਝੌਤਾ ਵੀ ਹੈ। ਨੰਬਰ 9, ਵੀ ਹੈਵ ਗੋਟ ਲਿਬਰਟੀ ਨਾਓ, ਹੁਣ ਸਾਨੂੰ ਸੁਤੰਤਰਤਾ ਪ੍ਰਾਪਤ ਹੋਈ ਹੈ। ਆਈ ਮੇ ਵੀ ਐਜ਼ ਫਰੀ ਐਜ਼ ਲਾਈਕ, ਮੈਂ ਜਿਸ ਤਰ੍ਹਾਂ ਚਾਹੁੰਦਾ ਹਾਂ ਉਸ ਤਰ੍ਹਾਂ ਸੁਤੰਤਰ ਹੋ ਸਕਦਾ। ਠੀਕ ਹੈ ਬੇਟਾ, ਤਾਂ ਇਹ ਟਰਾਂਸਲੇਸ਼ਨ ਸੀ। ਇਸ ਤਰੀਕੇ ਨਾਲ ਵੀ ਆਪਾਂ ਇਸ ਵੀਡੀਓ ਦੇ ਵਿੱਚ ਲੈਸਨ ਨੰਬਰ 5, 6, 7, 8 ਜੋ ਆਪਣੇ ਮੇਨ ਕੋਰਸ ਬੁੱਕ ਦੇ ਲੈਸਨ ਹੈਗੇ ਉਹ ਸਾਰੇ ਲਗਭਗ ਕੰਪਲੀਟ ਹੋ ਗਏ ਹੈਗੇ। ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਗਾ, ਯਾਦ ਕਰਨਾ ਗਾ। ਠੀਕ ਹੈ ਬੇਟਾ, ਇਸ ਤੋਂ ਬਾਅਦ ਆਪਾਂ ਨੈਕਸਟ ਪਾਰਟ ਦੇ ਵਿੱਚ ਜਿੰਨੇ ਵੀ ਤੁਹਾਡੀਆਂ ਪੋਇਮਸ ਨੇ ਉਹਨਾਂ ਦੇ ਸੈਂਟਰਲ ਆਈਡੀਏ ਅਤੇ ਜਿਹੜੇ ਆਪਣੇ ਕੋਲ ਪੋਇਟਸ ਨੇਮ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਤੁਹਾਡੇ ਨਾਲ। ਓਕੇ ਬੇਟਾ, ਥੈਂਕ ਯੂ।